जेता जियो पिंड सब तेरा, तू अंतर जामी पुरख भगवान। दासन दास कह जन नानक, जेहा तू कराहे तेहा हों करी बखियान। परम सन्मान जोग जुगो जुग अटल तख्त चबर दे मालक, धन धन साहिब श्री गुरु ग्रंथ साहिब जी महाराज जी दी पावन पवित्र हजूरी अंदर सुभाएमान सत संगी जनों, आओ साहब दे चरनां विच बैठन दा सुभाग गुरु की कृपा बख्शिश नाल मिले। गुरबाणी दे बोल ने, कबीर चंदन का बिरबा भला, बेड़ियो ढाक पलास। ओए पी चंदन होए रहे हैं बसे जो चंदन पास। साहब ने एक गल समझाई, कहन लगे जिमें चंदन दे रुख दे कोल खलोते रुख, उन्हां विच चंदन वर्गी महक भरदी है। इवें हजूर कहन लगे गुरु दी संगत करके सिख दा जीवन गुरु वर्गा पवित्र हो जाता है। तां करके हजूर दी पावन बाणी विच सत संगत प्रति बेअंत बचन ने। हजूर ने भाई गुरदास जी ने एक बचन वरते है। भाई गुरदास जी कहन लगे, हाँ कुर्बानी तिन्ना गुर सिखा अमृत वेले सरन बंदे। हाँ कुर्बानी तिन्ना गुर सिखा अमृत वेले जाप जपंदे। हाँ कुर्बानी तिन्ना गुर सिखा होए एक मन गुर जाप जपंदे। अगे एक बचन वरतिया, कहन लगे हाँ कुर्बानी तिन्ना गुर सिखा साध संगत चल जाए जुड़ंदे। कहन लगे जिहड़े सत संगत विच जाके बहिंदे है। भाई गुरदास जी कहन लगे मैं कुर्बान जाना। ताही गुरु ग्रंथ साहिब जी ने बचन वरते, बड़ भागी हर संगत पावै, भागहीन भ्रम चोटां खावै। आओ सतगुरु दे चरनां विच बैठे हो। लड़ीवार धन गुरु गोबिंद सिंह साहिब सच्चे पातशाह महाराज हजूर दे जीवन नूं विचारदिआं अज दी विचार आरंभण तो पहला गुरु बख्शी फतेह बुलाओ। आखो जी वाहिगुरु जी का खालसा वाहिगुरु जी की फतेह। धन गुरु कलगीधर महाराज दमदमा साहिब दी धरती साबू की तलवंडी रहमतां बरता रहे ने। एक पल पिछे थोड़ा लड़ी विच ख्याल करियो। कई गल्लां इतिहास दियां ये भी ने भी जदों सैयद बहमी फकीर नूं महाराज ने अमृत दी दात बख्शी सी, नाम उदा अजमेर सिंह रखिया। संगतां महिमा सिंह कह के पुकारदियां रहियां। उथों चल के महाराज जस्सी पिंड भी आए है, पर जस्सी पिंड ते आउण तो पहले ही विचकार कुदे पिंड दे दीवान साध आए हजूर कोल। वो आए बड़ी होर भावना नाल है। थोड़ा ध्यान विच करियो, पिछोकड़ चेता करोगे लड़ी दा ते तुहानू याद आएगा। कुदे पिंड दे दो दीवाने साध। दीवाने साध दे अखरी अर्थ ये ने,
ਉਹ ਆਪਣੇ ਆਪ ਨੂੰ ਪਰਮੇਸ਼ਰ ਵਿੱਚ ਮਸਤ ਹੋਏ ਫਕੀਰ ਕਹਾਉਂਦੇ ਸਨ। ਅਸੀਂ ਤੇ ਰੱਬ ਦੇ دیਵਾਨੇ ਐ। ਦੋ ਨੇ ਆਗੂ, ਇੱਕ ਸੁੱਖੂ ਤੇ ਇੱਕ ਬੁੱਧੂ। ਸੁੱਖੂ ਤੇ ਬੁੱਧੂ 50 ਨਾਲ ਦੀਵਾਨੇ ਸਾਧਾਂ ਨੂੰ ਲੈ ਕੇ ਹੋਰ ਹੱਥਾਂ ਵਿੱਚ ਸ਼ਾਸਤਰ ਫੜਾ ਕੇ ਤੇ ਗੁਰੂ ਤੋਂ ਬਦਲਾ ਲੈਣ ਦੀ ਭਾਵਨਾ ਲੈਣ ਵਾਲੀ ਬਿਰਤੀ ਬਣਾ ਕੇ ਤੁਰਦੇ ਐ। ਕਾਰਨ ਕੀ ਹੈ? ਕਾਰਨ ਇਹ ਸੀ ਕਿ ਮਲੂਕੇ ਦੀ ਧਰਤੀ ਤੇ ਦੀਵਾਨੇ ਮਲੂਕੇ ਨੂੰ ਗੁਰੂ ਕੇ ਪਹਿਰੇਦਾਰ ਸਿੱਖ ਨੇ ਵਾਰ ਕੀਤਾ ਸੀ। ਇਤਿਹਾਸ ਵਿੱਚੋਂ ਪਿੱਛੇ ਵਿਚਾਰਿਆ ਆਪਾਂ। ਉਹ ਦੀਵਾਨਾ ਮਲੂਕਾ ਹਾਲਾਂਕਿ ਚੜਾਈ ਕਰ ਗਿਆ ਪਰ ਗੁਰੂ ਕੀ ਬਖਸ਼ਿਸ਼ ਲੈ ਗਿਆ ਸੀ। ਇਹ ਜਿਹੜਾ ਸੁੱਖੂ ਤੇ ਬੁੱਧੂ ਸੀ ਦੋਨੇ, ਇਹਨਾਂ 50 ਦੀਵਾਨੇ ਸਾਧਾਂ ਨੂੰ ਨਾਲ ਲਿਆ, ਹੱਥਾਂ ਵਿੱਚ ਜਿਵੇਂ ਕਿਵੇਂ ਥੋੜੇ ਬਾਲੇ ਸ਼ਾਸਤਰ ਫੜਾ ਕੇ ਤੇ ਇੱਕ ਗੱਲ ਆਖੀ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣਾ ਦੀਵਾਨਾ ਮਲੂਕਾ ਸਾਧੂ ਮਾਰਿਆ ਤੇ ਆਪਾਂ ਗੁਰੂ ਦਾ ਮੁਕਾਬਲਾ ਕਰਾਂਗੇ। ਘੁੱਦੇ ਪਿੰਡ ਦੀ ਜੂਹ ਤੋਂ ਬਾਹਰ ਹੀ ਨਿਕਲੇ। ਅੱਧਿਆਂ ਤਾਂ ਇੱਥੇ ਸ਼ਾਸਤਰ ਛੱਡ ਕੇ ਮੁੜ ਗਏ, ਕਹਿਣ ਲੱਗੇ ਨਹੀਂ ਇਹ ਮੁਸ਼ਕਲ ਹੈ। ਅੱਧੇ ਜਦੋਂ ਗੁਰੂ ਕੇ ਲਾਗੇ ਆਉਣ ਲੱਗੇ ਉੱਥੇ ਸ਼ਾਸਤਰ ਸੁੱਟ ਕੇ ਵਾਪਸ ਮੁੜ ਗਏ। ਉਹਨਾਂ ਆਖਿਆ ਵੀ ਜਿਹੜੇ ਤੁਰਕਾਂ ਨਾਲ ਇੰਨਾ ਮੁਕਾਬਲਾ ਕਰ ਸਕਦੇ ਆ ਵਕਤੀ ਹਾਕਮ ਨਾਲ, ਤੇ ਗੁਰੂ ਸਾਹਮਣੇ ਆਪਣੀ ਕੀ ਪਾਇਆ? ਦੋ ਹੀ ਰਹਿ ਗਏ, ਇੱਕ ਸੁੱਖੂ ਤੇ ਇੱਕ ਬੁੱਧੂ। ਇਹ ਵੀ ਆਪਣੇ ਸ਼ਾਸਤਰ ਤੇ ਆਪਣੇ ਸਾਜ਼। ਇਹ ਦੀਵਾਨੇ ਲੋਕ ਥੋੜਾ ਬਾਲਾ ਸਾਜ਼ ਆਪਣੇ ਕੋਲ ਰੱਖਦੇ ਸੀ, ਕਦੀ ਕਦਾਈ ਸਾਜ਼ ਵਜਾ ਕੇ ਰੱਬੀ ਗੁਣ ਗਾਉਣੇ। ਇਹ ਵੀ ਲੁਕੋ ਕੇ ਤੇ ਗੁਰੂ ਚਰਨਾਂ ਵਿੱਚ ਆਏ, ਨੀਵੀਆਂ ਪਾ ਕੇ ਬਹਿ ਗਏ। ਹਜੂਰ ਨੇ ਸਹਿਜ ਸੁਭਾ ਇੱਕ ਬਚਨ ਆਖਿਆ, ਕਹਿਣ ਲੱਗੇ ਸੁੱਖੂ ਬੁੱਧੂ ਜਿਵੇਂ ਤੁਸੀਂ ਤੁਰੇ ਸੀ ਉਦੋਂ ਤੇ ਮੈਂ ਨਹੀਂ ਤੁਰੇ ਸੀ। ਹੱਥਾਂ ਵਿੱਚ ਸ਼ਾਸਤਰ ਕਿੱਧਰ ਗਏ? ਇਹਨਾਂ ਚਰਨ ਪਕੜ ਲਏ। ਕਹਿਣ ਲੱਗੇ ਮਹਾਰਾਜ ਭੁੱਲ ਹੋ ਗਈ, ਨਹੀਂ ਸਮਝ ਸੀ। ਹਜੂਰ ਨੇ ਇਹਨਾਂ ਨੂੰ ਇੱਕ ਬਚਨ ਆਖਿਆ। ਸਹਿਬ ਕਹਿਣ ਲੱਗੇ ਤੁਸੀਂ ਰੱਬੀ ਬੰਦਗੀ ਤਾਂ ਕਰਦੇ ਹੋ, ਪਰ ਹਜੇ ਤੁਹਾਡੇ ਜੀਵਨ ਵਿੱਚ ਧਰਮ ਦੀ ਨਿਪੁੰਨਤਾ ਨਹੀਂ। ਇਹਨਾਂ ਨੂੰ ਧਰਮ ਦੀ ਵਾਰਤਾ ਸਮਝਾਈ। ਜਦੋਂ ਵਾਪਸ ਪਰਤਣ ਲੱਗੇ ਇਹਨਾਂ ਸਾਹਿਬ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ। ਸੁੱਖੂ ਤੇ ਬੁੱਧੂ ਦੀਵਾਨੇ ਸਾਧੂਆਂ ਨੇ ਇਹਨਾਂ ਆਖਿਆ, ਕਹਿਣ ਲੱਗੇ ਮਹਾਰਾਜ ਅਸੀਂ ਤੁਹਾਡਾ ਪਿਛੋਕੜ ਵਾਲਾ ਜੀਵਨ ਸੁਣਿਆ ਪੜਿਆ, ਰਹਿਮਤ ਕਰ ਦਿਓ, ਬਖਸ਼ਿਸ਼ ਕਰ ਦਿਓ, ਸਾਡੀ ਇੱਕ ਮੰਗ ਹੈ। ਮਹਾਰਾਜ ਕਹਿਣ ਲੱਗੇ ਬੋਲੋ। ਕਹਿਣ ਲੱਗੇ ਜਿਵੇਂ ਤੁਸੀਂ ਮਾਛੀ ਬਾੜੇ ਤੋਂ ਗਣੀ ਖਾਂ ਤੇ ਨਵੀ ਖਾਂ ਦੋ ਸ਼ਰਧਾਲੂਆਂ ਦੇ ਪਲੰਗ ਚੁਕਵਾ ਕੇ ਸਵਾਰੀ ਕੀਤੀ ਸੀ, ਉਹਨਾਂ ਮੋਢਾ ਲਾ ਕੇ ਪਲੰਗ ਚੁੱਕਿਆ, ਰਹਿਮਤ ਕਰਕੇ ਅਸੀਂ ਪਲੰਗ ਤੇ ਬਿਰਾਜਮਾਨ ਹੋਵੋ। ਅਸੀਂ ਤੁਹਾਡਾ ਮੋਢਾ ਲਾ ਕੇ ਪਲੰਗ ਚੁੱਕ ਕੇ ਤੁਹਾਡੀ ਸੇਵਾ ਕਰਨ ਦੀ ਭਾਵਨਾ ਹੈ। ਗੁਰੂ ਨੇ ਇਹਨਾਂ ਦੀ ਬੇਨਤੀ ਮੰਨੀ। ਸਤਿਗੁਰੂ ਪਲੰਗ ਤੇ ਅਸਵਾਰ ਹੋਏ, ਨੀਲਾ ਬਾਣਾ ਪਾਇਆ। ਇੱਕ ਪਾਸੇ ਸੁੱਖੂ ਤੇ ਬੁੱਧੂ ਲੱਗੇ, ਦੋ ਸਿੱਖ ਹੋਰ ਨਾਲ ਲੈ ਕੇ ਇਸ ਕੁੱਦੇ ਦੀ ਜੂਹ ਵਿੱਚੋਂ ਸਾਹਿਬ ਚੱਲ ਕੇ ਜੱਸੀ ਪਿੰਡ ਵਿੱਚ ਜਦੋਂ ਜਾਂਦੇ ਐ, ਇੱਥੇ ਪਲੰਗ ਤੋਂ ਉਤਰ ਕੇ ਸਾਹਿਬ ਘੋੜੇ ਤੇ ਸਵਾਰ ਹੁੰਦੇ ਐ। ਇਹਨਾਂ ਨੂੰ ਬਖਸ਼ਿਸ਼ਾਂ ਕਰਕੇ ਤੋਰਿਆ। ਜੱਸੀ ਪਿੰਡ ਵੀ ਮਹਾਰਾਜ ਨੇ ਰਹਿਮਤਾਂ ਵਰਤਾਈਆਂ। ਕੁਝ ਸਮਾਂ ਰੁਕ ਕੇ ਧਰਮ ਬਾਣੀ ਦਾ ਉਪਦੇਸ਼ ਦਿੱਤਾ। ਇੱਥੋਂ ਅਖੀਰ ਚੱਲ ਕੇ ਦਮਦਮਾ ਸਾਹਿਬ ਗਏ ਸਨ। ਦਮਦਮਾ ਸਾਹਿਬ ਦੀਆਂ ਗਥਾਵਾਂ ਤੁਸੀਂ ਸੁਣੀਆਂ। ਡੱਲਾ ਗੁਰੂ ਕੀ ਸ਼ਰਧਾ ਨਾਲ ਸੇਵਾ ਕਰ ਰਿਹਾ ਹੈ, ਪਰਖ ਵਿੱਚ ਖਰਾ ਨਾ ਉਤਰਿਆ, ਇਹਨੇ ਭੁੱਲ ਬਖਸ਼ਾਈ ਹੈ। ਇੱਥੇ ਹੀ ਦਮਦਮਾ ਸਾਹਿਬ ਦੀ ਧਰਤੀ ਤੇ ਇੱਕ ਦਿਨ ਦੀਵਾਨ ਸਜਿਆ ਹੋਇਆ ਹੈ।
कुछ चार को संगत दे लोग जिहड़े पहली बार आए ने पर तंबाकू की बिरती वाले ने, तंबाकू खाण वाले है। दरबार विच बैठिया भी सत संगत विच उन्हां दे मुख विचों तंबाकू नशे आदक दी दुर्गंध आउंदी है। जदों सिक्खा ते सतगुरु नूं पता लग्या, साहब ने इत्थे बहुत सख्ती नाल उन्हां नूं वरजिया भी, नाले सतगुरु ने इत्थे तंबाकू जगत झूठ तो सिख ने जीवन विच किनारा रखना ये उपदेश दिता। बाणी दे बोल ने, धन गुरु ग्रंथ साहिब की बाणी विच एक वचन है, साहब ने समझाया, कबीर भांग माछली सुरापान जो जो प्राणी खाहे, तीर्थ भरत नेम किए ते सबै रसातल जाहे। कई बारी ये गल्लां चलदियां भी धन गुरु ग्रंथ साहिब की बाणी विच किथे लिखिया नशा नहीं करना, किथे लिखिया भी मास आदक ये पाप कर्म नहीं करने। आ बाबे कबीर साहब दा बाणी विच उच्चारण कीता होया वचन है, बड़े स्पष्ट अर्थ ने। कबीर भांग माछली सुरापान, सुरा दा अर्थ हुंदा शराब, कहन लगे भंग मच्छी शराब ये जड़े पाप कर्म ने। कबीर भांग माछली सुरापान जो जो प्राणी खाहे, जड़े जड़े लोग ये पाप कर्म करते ने, छकदे खांदे ने। तीर्थ भरत नेम किए, कहंदे उन्हां दा कोई चंगा तीर्थ कीता, चंगा कोई कर्म कीता, चंगा कोई जिंदगी दा नेम बनाया होवे। तीर्थ भरत नेम किए ते सबै रसातल जाहे, सब कुछ व्यर्थ हो जाता है। याद रखियो गुरु ग्रंथ साहिब जी दे वचन ने। महाराज ने जदों दरबार विच वेखिया भी ये ते तंबाकू पी के गुरु दरबार विच आए, बेसमझ सन, हजूर ने बहुत सख्ती नाल वरजिया ते एक बचन कह दिता। कह लगे सिख कदी भी अपने जीवन दे अंदर दो गल्लां तो किनारा रखदा है, ना ते सिख विकारां दा विषयी है ते ना गुरु का सिख कदी किसी पक्ष तो नशई है। दोनों गल्लां तो वरजिया रहमतां बरताइयां। इत्थे याद रखियो बेअंत संगतां रोजाना आउंदियां, इलाके विचों दरबार सजदा हजूर दा अमृत वेले। इत्थे ही फिर सतगुरु ने एक रहमत कीती, जिहड़ी बड़ी वड्डी बख्शिश दमदमा साहिब दी धरती ते कीती है। ਉਹ ਇਹ ਕੀਤੀ, गुरु के सिखां कई बारी बेनती आखनी कि सतगुरु सच्चे पातशाह आनंदपुर साहिब भी ये बेनती करते रहे, सानू कदी धन गुरु ग्रंथ साहिब जी की पावन बाणी दे अर्थ समझा दिओ, एक एक शब्द दे। साहब ने बचन अगों आखना, कहन लगे सिखो वक्त आएगा जिस दिन समा बनिया, अज ते जंगा युद्धां दा समय, उस दिन गुरु नानक साहब की कृपा हुई, आपां रल मिल बैठ के रब्बी बाणी दे अर्थां नूं विचारांगे। हुण तुहानूं पता है भी सतगुरु ने किन्ना बिखड़ा पेंडा तय करके जंगा युद्धां दा जदों दमदमा साहिब आए ते अज सतगुरु ने अमृत वेले दीवान सजिया ते सिखां नूं एक रहमत भरिया बचन आखिया। कहन लगे सिखो अज तुहाडी मंग गुरु नानक साहिब दे घर विचों पूरी होनी है। हजूर कहन लगे आपां इत्थे गुरबाणी दी विचार जेड़ी हर सिख दा धुर है
ਸਿੱਖ ਦਾ ਧੁਰਾ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਸੱਚ ਪੁੱਛੋ ਤੇ ਸਿੱਖ ਹੈ ਹੀ ਉਹ ਜਿਹੜਾ ਗੁਰਬਾਣੀ ਪੜ੍ਹਦਾ, ਵਿਚਾਰਦਾ ਤੇ ਅਮਲ ਕਰਦਾ। ਮਹਾਰਾਜ ਨੇ ਬਚਨ ਵਰਤਿਆ, ਕਹਿਣ ਲੱਗੇ ਵੀ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਤੇ ਗੁਰਬਾਣੀ ਦੀ ਸੰਥਿਆ ਸੰਗਤ ਨੂੰ ਕਰਵਾਉਣੀ ਹੈ। ਸਾਹਿਬ ਨੇ ਬਚਨ ਆਖਿਆ ਆਗੂ ਸਿੱਖਾਂ ਨੂੰ, ਭਾਈ ਸੰਤ ਸਿੰਘ ਵਰਗੇ, ਭਾਈ ਰਾਮ ਕੋਇਰ ਜੀ ਵਰਗੇ ਨਾਲ ਨੇ। ਕਹਿਣ ਲੱਗੇ ਧੀਰ ਮੱਲੀਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆਓ। ਗੁਰੂ ਕੇ ਸਿੱਖ ਗਏ, ਉਹ ਇੱਕ ਵੱਖਰੀ ਲੜੀ ਹੈ, ਕਦੀ ਆਪਾਂ ਵਿਸਤਾਰ ਨਾਲ ਬਾਚਾਂਗੇ ਕਿ ਸਰੂਪ ਉਹਨਾਂ ਕੋਲ ਗਏ ਕਿਵੇਂ। ਆਖਰ ਜਦੋਂ ਗੁਰੂ ਕੇ ਸਿੱਖ ਸਰੂਪ ਲੈਣ ਗਏ ਤਾਂ ਇਹਨਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦਿੱਤਾ। ਅੱਗੋਂ ਕੁਝ ਸ਼ਬਦ ਕਹਿ ਦਿੱਤੇ ਵੀ ਜੇ ਤੁਹਾਡੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਫਰਕ ਨਹੀਂ ਹੈ ਤੇ ਬਾਣੀ ਆਪਣੇ ਮੁਖ ਤੋਂ ਦੁਬਾਰਾ ਉਚਾਰ ਲੈਣ। ਹੁਣ ਵੇਖੋ ਗੁਰੂ ਸਾਡੇ ਵਰਗਾ ਨਹੀਂ ਹੈ। ਯਾਦ ਰੱਖਿਓ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਜਦੋਂ ਗੁਰੂ ਅਰਜਨ ਸਾਹਿਬ ਨੇ ਸਰੂਪ ਲਿਖਵਾਇਆ ਨਾ ਭਾਈ ਗੁਰਦਾਸ ਜੀ ਤੋਂ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਨਹੀਂ ਸੀ। ਧੰਨ ਗੁਰੂ ਕਲਗੀਧਰ ਜੀ ਨੇ ਕਿਰਪਾ ਕੀਤੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਬਿਲਕੁਲ ਮੁੱਢ ਤੋਂ ਇੱਕ ਓੰਕਾਰ ਆਰੰਭ ਤੋਂ ਲੈ ਕੇ ਸਤਿਗੁਰੂ ਨੇ ਸਾਰੀ ਪਾਵਨ ਬਾਣੀ ਆਪਣੀ ਮੁਬਾਰਕ ਰਸਨਾ ਤੋਂ ਉਚਾਰੀ, ਭਾਈ ਮਨੀ ਸਿੰਘ ਨੂੰ ਲਖਾਰੀ ਲਾਇਆ। ਵੇਖੋ ਗੁਰੂ ਅਰਜਨ ਸਾਹਿਬ ਨੇ ਸਰੂਪ ਲਿਖਾਏ ਲਖਾਰੀ, ਭਾਈ ਗੁਰਦਾਸ ਜੀ ਨੇ ਰਾਮਸਰ ਸਰੋਵਰ ਦੇ ਕੰਢੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਇੱਥੇ ਜਦੋਂ ਸਰੂਪ ਲਿਖਾਏ ਗੁਰੂ ਕਲਗੀਧਰ ਜੀ ਨੇ ਭਾਈ ਮਨੀ ਸਿੰਘ ਨੂੰ ਲਖਾਰੀ ਲਾਇਆ। ਤੇ ਯਾਦ ਰੱਖਿਓ ਬਾਬਾ ਦੀਪ ਸਿੰਘ ਦੀ ਡਿਊਟੀ ਲਾਈ ਹੈ। ਬਾਬਾ ਦੀਪ ਸਿੰਘ ਦੀ ਡਿਊਟੀ ਲਾਈ, ਤੁਹਾਡਾ ਕੰਮ ਹੈ, ਤੁਹਾਡੀ ਸੇਵਾ ਹੈ, ਤੁਸੀਂ ਕਲਮ ਦਾ ਸਿਆਹੀ ਦਾ ਪ੍ਰਬੰਧ ਕਰਨਾ ਹੈ, ਕਾਗਜ਼ ਦਾ। ਧੰਨ ਗੁਰੂ ਕਲਗੀਧਰ ਮਹਾਰਾਜ ਨੇ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਆਪਣੀ ਮੁਬਾਰਕ ਰਸਨਾ ਤੋਂ ਸਤਿਗੁਰੂ ਦੀ ਬਾਣੀ ਦੁਬਾਰਾ ਉਚਾਰੀ ਹੈ ਸਾਰੀ। ਭਾਈ ਮਨੀ ਸਿੰਘ ਨੇ ਲਿਖੀ ਹੈ। ਦੋ ਕੰਮ ਹਜ਼ੂਰ ਵਿਦਵਾਨਾਂ ਦੇ ਜ਼ਿਕਰ ਹੈ ਵੀ ਅੰਮ੍ਰਿਤ ਵੇਲੇ ਬਾਣੀ ਉਚਾਰਦੇ ਹੈ, ਗੁਰੂ ਕੇ ਸਿੱਖ ਲਿਖਦੇ ਹੈ, ਸਾਰੇ ਸਿੱਖ ਸੇਵਾਵਾਂ ਵਿੱਚ ਲੱਗੇ ਹੋਏ ਨੇ, ਤੇ ਸ਼ਾਮਾਂ ਦੇ ਵੇਲੇ ਉਸੇ ਪਾਵਨ ਬਾਣੀ ਦੇ ਅਰਥ ਵੀ ਸਮਝਾਉਂਦੇ ਆ ਸਿੱਖਾਂ ਨੂੰ। 40 ਸਿੱਖਾਂ ਦਾ ਖਾਸ ਕਰਕੇ ਜ਼ਿਕਰ ਹੁੰਦਾ ਹੈ, ਪਰ ਹੋਰ ਵੀ ਬੇਅੰਤ ਸੰਗਤਾਂ ਨੇ। ਇੱਥੇ ਬਹੁਤ ਵੱਡਾ ਇੱਕ ਕਾਰਜ ਗੁਰੂ ਕਲਗੀਧਰ ਜੀ ਨੇ ਇਹ ਬਖਸ਼ਿਸ਼ ਕੀਤਾ ਸੀ। ਨਾਲੇ ਤੁਹਾਨੂੰ ਯਾਦ ਰਹੇ ਜਦੋਂ ਗੁਰੂ ਅਰਜਨ ਸਾਹਿਬ ਨੇ ਸਰੂਪ ਲਿਖਾਏ ਉਦੋਂ 30 ਰਾਗ ਸਨ, ਅਖੀਰਲਾ ਰਾਗ ਪ੍ਰਭਾਤੀ ਹੈ। ਜਦੋਂ ਗੁਰੂ ਕਲਗੀਧਰ ਜੀ ਨੇ ਸਰੂਪ ਲਿਖਾਏ ਭਾਈ ਮਨੀ ਸਿੰਘ ਜੀ ਤੋਂ, ਉਦੋਂ 31ਵਾਂ ਇੱਕ ਰਾਗ ਹੋਰ ਜਿਹਦਾ ਨਾਮ ਜੈਜਾਵੰਤੀ ਹੈ, ਅਖੀਰਲਾ, ਉਹ ਵੀ ਦਰਜ ਕੀਤਾ ਹੈ। ਇੱਕ ਰਹਿਮਤ ਹੋਰ ਵਰਤਾਈ ਗੁਰੂ ਅਰਜਨ ਸਾਹਿਬ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚੇ ਪਾਤਸ਼ਾਹ ਦੀ ਬਾਣੀ ਨਹੀਂ ਸੀ। ਗੁਰੂ ਕਲਗੀਧਰ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਕੀਤੀ। ਇਹ ਬਖਸ਼ਿਸ਼ਾਂ ਵਰਤਾਈਆਂ ਲੰਮਾ ਸਮਾਂ ਲੱਗਿਆ। ਇਹੀ ਕਾਰਨ ਹੈ ਤਕਰੀਬਨ ਸ਼ਬਦ ਆਪਾਂ ਕਹਿ ਲਈਏ 1 ਸਾਲ ਦਾ ਸਮਾਂ ਤਕਰੀਬਨ ਸਤਿਗੁਰੂ ਦਮਦਮਾ ਸਾਹਿਬ ਰੁਕਦੇ ਹੈ। ਇੱਥੇ ਮਹਾਰਾਜ ਨੇ ਬਖਸ਼ਿਸ਼ਾਂ ਵਰਤਾਈਆਂ। ਸਿੱਖਾਂ ਨੂੰ ਇੱਕ ਦਿਨ ਹਜ਼ੂਰ ਨੇ ਰਹਿਮਤ ਭਰਿਆ ਬਚਨ ਆਖਿਆ ਸੀ। ਕਹਿਣ ਲੱਗੇ ਇਹ ਗੁਰੂ ਕੀ ਕੰਸੀ ਹੈ,
ਇਹ ਇੱਕ ਵਿਦਿਆ ਦਾ ਕੇਂਦਰ ਹੈ, ਇੱਥੇ ਰਹਿਮਤਾਂ ਵਰਤਣਗੀਆਂ। याद रखियो उथे ताही अस्थान है गुरुद्वारा लिखणसर साहिब, जिथे अज भी कोई भावना वाला जिन्हों कोई अखर नहीं आउंदे दुनियावी, वो कदी भावना नाल उथे 35 अखर शरधा नाल लिख दे, गुरु चरनां विच अरदास करे, उन गुरु अज भी विद्या दी दात बख्शदा है। इत्थे ए बहुत महान कारज धन गुरु कलगीधर जी ने कीता है। इत्थे बेअंत बख्शिशां वरताउंदियां संगतां ते आई रहीआं ने। एक दिन एक सिख आया, उन्हें चाटी भर के घ्यो दी गुरु कलगीधर जी दे चरनां विच भेंट कीता, सत संगत कीती, दीवान दी समाप्ति हुई। हजूर ने जदों वेख्या कि बहुत कीमती घ्यो सिख ने भेंट कीता संगतां लई, साहब ने पूछया, कहन लगे भी तेरा नगर किहड़ा है? कहन लगे महाराज मैं पिंड मौड़ दी धरती तो आया। हजूर ने नाम पूछया, कहन लगे मेरा नाम है भाई दलपत, मौड़ पिंड दी धरती तो आए हैं। गुरु कलगीधर जी ने बख्शिश कीती। साहब ने उन्होंने धर्म की गल समझाउण तो बाद खुश होके भीमे मौड़ दा पुत सी, एक भाई भीमा होया मौड़ पिंड दा, ओदा पुत सी दलपत। हजूर ने अपनी दस्तार ते एक पोशाक दो दातां भाई मौड़ नूं, मौड़ पिंड दे रहन वाले दलपत नूं दे के एक बचन आखिया, कहन लगे तेरा नाम ही दलपत नहीं है, समा आएगा तू दलां दा पति बनेगा। दलां दे पति तो भाव हुंदा है तेरे कोल अपनी फौज होएगी, तू फौजां दा सरदार होएगा, तेरा राज भाग होएगा। दस्तार दे दिती, पोशाक दे दी, घर चलिया गया। मैं फिर बेनती करा, जदों गुरु कई पक्ष तो बख्शिश करके निवाजदे ने, कदी किसी नूं सतगुरु रसना तो बचन कह देन, रहमत बरता दिंदे है। कदी किसी दी अपने नेत्रां राहीं दृष्टि रहमत बरता दिंदी है, किसी नूं चरण धूड़ नाल निवाजदे है। कदी कदाई गुरु अपने हाथ विचों कोई दात दे के जां सिर ते मस्तक ते हाथ रख के रहमतां बरता दिंदे है। सतगुरु कदी कोई तन दा चोला दे के, दस्तार दे के बख्शिशां करदे है। कदी महाराज बाणी दी पोथी दे के रहमतां बरताउंदे है। महाराज ने कृपा कीती, दलपत नूं एक बचन कह दिता, दस्तार दिती, पोशाक दिती, कहन लगे समा आएगा मौड़ पिंड दे दलपत तू दलां दा पति बन जाएगा। हुण इहनूं इन्नी समझ नहीं सी गुरु दी बख्शिश दी। ये घर गया ते किसे सज्जन ने गलबात चली भी मैं दमदमा साहिब गया सां तलवंडी, गुरु ने आ दस्तार दिती है ते आ एक चोला पोशाक दिती है। अगां जिहड़ा गल करदा सी श्रद्धालु सी, उन्हें आख्या भी जे तू मैनू दे दवें। इन्हें आख्या भी ते दस्तार ही है, इहदा की है? इन्हें गुरु दी दस्तार अगां किसी श्रद्धालु नूं दे दिती। कुछ दिनों बाद इस साहब दे चरनां विच फिर आ गया। हजूर ने नूं सहज सुभा आखिया, कहन लगे तू दस्तार नहीं बन्नी, दस्तार पोशाक किथे रखी है? इन्हें अगों आखिया, कहन लग्या महाराज उते अगां दे दिती। सतगुरु कहन लगे तू मौड़ चौड़ी रिहा, इहदा पिंड मौड़ सी। कहन लगे तैनूं कदर ना जानी, तू मौड़ चौड़ी रिहा।
ਜਦੋਂ ਇਹ ਗੱਲ ਇਹਨੂੰ ਪਤਾ ਲੱਗੀ ਨੇ ਚਰਨ ਪਕੜ ਲਏ, ਕਹਿਣ ਲੱਗਿਆ ਮਹਾਰਾਜ ਮੈਨੂੰ ਸਮਝ ਨਹੀਂ ਸੀ, ਬਖਸ਼ਿਸ਼ ਕਰ ਦਿਓ, ਭੁੱਲ ਹੋ ਗਈ ਹੈ। ਸਾਹਿਬ ਨੇ ਕਿਹਾ, ਕਹਿਣ ਲੱਗੇ ਦਲਪਤ ਤੇਰੇ ਕਰਮਾਂ ਵਿੱਚ ਦਲਾਂ ਦਾ ਪਤੀ ਲਿਖਣਾ ਸੀ ਅਸੀਂ, ਖੈਰ ਹੁਣ ਤੇਰੀ ਅੰਸ਼ ਵਿੱਚੋਂ ਤੇਰਾ ਪੋਤਰਾ ਦਲਾਂ ਦਾ ਪਤੀ ਬਣੇਗਾ। ਯਾਦ ਰੱਖਿਓ ਮੌੜ ਪਿੰਡ ਦਾ ਧੰਨਾ ਸਿੰਘ ਅੰਮ੍ਰਿਤ ਧਾਰੀ ਬਣਿਆ। ਸਾਹਿਬ ਨੇ ਸਮਝਾਇਆ ਅੰਮ੍ਰਿਤ ਦੀ ਦਾਤ ਲੱਭੋ। ਧੰਨਾ ਸਿੰਘ ਮੌੜ ਬਾਅਦ ਵਿੱਚ ਆਪਣੀ ਫੌਜ ਰੱਖ ਕੇ ਇਹਨੂੰ ਇਹਦੀ ਬਖਸ਼ਿਸ਼ ਗੁਰੂ ਕਾ ਬਚਨ ਦਾ ਸਦਕਾ ਰਾਜ ਭਾਗ ਮਾਣਿਆ ਸੀ। ਮੰਨਦੇ ਨੇ ਇਹਨਾਂ ਦੀ ਔਲਾਦ ਦੀ। ਇੱਥੇ ਗੁਰੂ ਕਲਗੀਧਰ ਜੀ ਇਵੇਂ ਰਹਿਮਤਾਂ ਵਰਤਾ ਰਹੇ ਨੇ। ਇੱਕ ਦਿਨ ਇੱਥੇ ਭਾਈ ਭਗਤੂ ਦੀ ਔਲਾਦ ਵਿੱਚੋਂ, ਕੱਲ ਰੋਜ਼ ਵੀ ਵਿਚਾਰਿਆ ਸੀ, ਭਾਈ ਭਗਤੂ ਦੀ ਔਲਾਦ ਵਿੱਚੋਂ ਇਹਦਾ ਪੋਤਰਾ ਭਾਈ ਗੌਰੇ ਦਾ ਪੁੱਤ ਦਿਆਲ ਦਾਸ ਪੁੱਚੋ ਮੰਡੀ ਤੋਂ ਚੱਲ ਕੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਆਏ। ਇੱਕ ਭੁਲੇਖਾ ਨਾ ਰਹਿ ਜਾਏ, ਭਾਈ ਭਗਤੂ ਬੈਰਾੜ ਸਨ। ਕਈ ਪਿੰਡਾਂ ਵਿੱਚ ਇਹਨਾਂ ਦੀ ਅੰਸ਼ ਹੈ ਜਿਹੜੀ ਅਗਾਂਹ ਦੀ ਅਗਾਂਹ ਪੀੜ੍ਹੀ ਉਹ ਵਸੀ ਹੋਈ ਸੀ। ਹੁਣ ਇਹ ਜਿਹੜਾ ਦਿਆਲ ਦਾਸ ਹੈ ਭਾਈ ਭਗਤੂ ਦਾ ਪੁੱਤਰ ਹੈ, ਦਸਮ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਤਲਵੰਡੀ ਦੀ ਧਰਤੀ ਤੇ ਆਇਆ, ਆ ਨਮਸਕਾਰ ਕੀਤੀ। ਕੁਝ ਦਿਨ ਗੁਰੂ ਕੇ ਬਚਨ ਸੁਨੇ, ਸੇਵਾ ਕੀਤੀ, ਬਜ਼ੁਰਗ ਸੀ। ਇੱਕ ਦਿਨ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਦਿਆਲ ਦਾਸ ਗੁਰੂ ਚਰਨਾਂ ਵਿੱਚ ਬੈਠਾ। ਸਾਹਿਬ ਨੇ ਦਿਆਲ ਦਾਸ ਨੂੰ ਬਚਨ ਆਖਿਆ, ਕਹਿਣ ਲੱਗੇ ਦਿਆਲ ਦਾਸ ਗੁਰੂ ਦੇ ਘਰ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ, ਅੱਜ ਤੂੰ ਵੀ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਕਾ ਸਿੰਘ ਸਜ ਜਾ। ਹੁਣ ਦਿਆਲ ਦਾਸ ਅੱਗੋਂ ਕਹਿਣ ਲੱਗਿਆ, ਮਹਾਰਾਜ ਮੇਰੇ ਘਰ ਵਿੱਚ ਤੇ ਸਿੱਖੀ ਤੁਹਾਡੇ ਪੁਰਖਿਆਂ ਗੁਰੂ ਸਾਹਿਬਾਨਾਂ ਦੀ ਬਖਸ਼ੀ ਹੋਈ ਹੈ, ਤੇ ਮੇਰਾ ਤੇ ਚਿੱਟਾ ਦਾੜਾ ਹੋ ਗਿਆ, ਬਜ਼ੁਰਗ ਹੋ ਗਿਆ, ਮੈਂ ਹੁਣ ਅੰਮ੍ਰਿਤ ਛਕ ਕੇ ਕੀ ਲੈਣਾ। ਸਾਹਿਬ ਨੇ ਆਖਿਆ, ਕਹਿਣ ਲੱਗੇ ਨਹੀਂ, ਇਹ ਕੋਈ ਗੁਰੂ ਨਾਨਕ ਦੇ ਘਰ ਤੋਂ ਸੀ ਵੱਖਰਾ ਕਰਮ ਨਹੀਂ ਕੀਤਾ। ਅੰਮ੍ਰਿਤ ਦੀ ਦਾਤ ਦੇ ਕੇ ਤੇ ਅਸੀਂ ਅੰਮ੍ਰਿਤ ਬਾਣੀ ਪੜ੍ਹ ਕੇ ਅੰਮ੍ਰਿਤ ਤਿਆਰ ਹੁੰਦਾ ਹੈ, ਤੇ ਇਹ ਤੇ ਅਸੀਂ ਗੁਰੂ ਨਾਨਕ ਦੀ ਕਿਰਪਾ ਨਾਲ ਮਨੁੱਖਤਾ ਤੇ ਰਹਿਮਤ ਵਰਤਾਈ ਹੈ। ਪੰਜ ਕਕਾਰਾਂ ਦੇ ਧਾਰਨੀ ਹੋ ਕੇ, ਜਿੱਥੇ ਸਿੱਖ ਦੇ ਪੱਲੇ ਬਾਣੀ ਹੋਵੇ ਉੱਥੇ ਬਾਣਾ ਹੋਵੇ। ਆਖਰ ਪੰਜਾਂ ਕਕਾਰਾਂ ਦਾ ਧਾਰਨੀ ਹੋ ਕੇ ਸਿੱਖ ਜ਼ੁਲਮ ਦਾ ਨਾਸ਼ ਕਰੇਗਾ। ਗੱਲ ਮੁਕਦੀ ਜੀ, ਦਿਆਲ ਦਾਸ ਅੱਗੋਂ ਆਨਾ ਕਾਨੀ ਕਰੀ ਗਿਆ। ਅੰਮ੍ਰਿਤ ਛਕਣ ਨੂੰ ਤਿਆਰ ਨਾ ਹੋਇਆ ਤੇ ਸਤਿਗੁਰੂ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਮਸਾਂਦੀ ਰਿਹਾ ਦਿਆਲ ਦਾਸ ਜਾ, ਤੇਰੇ ਔਲਾਦ ਦੇ ਲੋਕ, ਅੰਸ਼ ਦੇ ਲੋਕ ਸਿੱਖਾਂ ਦੇ ਤਰਲੇ ਲੈਣਗੇ, ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿਓ। ਇਹ ਬਚਨ ਕਹਿ ਦਿੱਤਾ। ਉਹਨੇ ਸਮੇਂ ਇੱਥੇ ਭਾਈ ਭਗਤੂ ਦਾ ਦੂਜਾ ਪੁੱਤ ਸੀ ਜਿਹੜਾ ਭਾਈ ਜਿਉਣਾ, ਇਹਦੀ ਔਲਾਦ ਦੇ 4 ਪੁੱਤ ਰਾਮਾ, ਫੱਤਾ, ਤਖਤਾ ਤੇ ਬਖਤਾ, ਇਹ ਬੈਠੇ ਸਨ ਗੁਰੂ ਚਰਨਾਂ ਵਿੱਚ। ਇਹਨਾਂ ਨੇ ਸਤਿਗੁਰੂ ਦੇ ਚਰਨ ਪਕੜ ਲਏ, ਕਹਿਣ ਲੱਗੇ ਮਹਾਰਾਜ ਇਹ ਦਿਆਲ ਦਾਸ ਜੇ ਖੋਟੀ ਬਿਰਤੀ ਦਾ ਮਾਲਕ ਹੈ, ਸਾਨੂੰ ਬਖਸ਼ੋ, ਅਸੀਂ ਅੰਮ੍ਰਿਤ ਦੀ ਦਾਤ ਲੈਣੀ ਹੈ। ਮਹਾਰਾਜ ਨੇ ਬਚਨ ਵਰਤਿਆ, ਕਹਿਣ ਲੱਗੇ ਕਕਾਰਾਂ ਦੇ ਧਾਰਨੀ ਹੋ ਕੇ ਇਹਨਾਂ 4 ਨੇ, ਰਾਮਾ, ਫੱਤਾ, ਤਖਤਾ ਤੇ ਬਖਤੇ ਨੇ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਕੇ ਸਿੰਘ ਸਜੇ ਹੈ।
ਇੱਥੇ ਹੀ ਸਤਿਗੁਰੂ ਰਹਿਮਤਾਂ ਵਰਤਾ ਰਹੇ ਨੇ। ਇੱਕ ਦਿਨ ਗੁਰਬਾਣੀ ਵੀ ਲਿਖ ਰਹੇ ਨੇ, ਸੰਗਤਾਂ ਵੀ ਆਉਂਦੀਆਂ, ਬਖਸ਼ਿਸ਼ਾਂ ਵਰਤਾ ਰਹੇ ਨੇ, ਕਿਉਂਕਿ 1 ਸਾਲ ਭਰ ਦਾ ਸਮਾਂ ਗੁਜ਼ਾਰਨਾ। ਡੱਲਾ ਵੀ ਗੁਰੂ ਚਰਨਾਂ ਵਿੱਚ ਸ਼ਰਧਾ ਨਾਲ ਰਹਿੰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, याद रखियो, डल्ला भी गुरु का वचन सुन के जिस दिन इन्हें क्या सी महाराज थोड़ी थां बख्श दो पीढ़ी जोगी साहब ने इनू भी अमृत दी दात दे के नवाजिया सी। इत्थे ही महाराज एक दिन रात पई, पहरेदार सिख ने हजूर दे चरनां विच सेवादार रहिंदे सन। पहरेदार तलवंडी दे लागे कोई कठपुतली जिहदी बड़ी मशहूरी सी लोकां विच, कोई नाच विखाउण वाली कठपुतली वाले लोग आए लागे किते। जिहड़े पहरेदार 10 सिख सन, इतिहास विच जिक्र है। 5 सिखां ने मन विच सलाह बना ली भी गुरु ते परमेश्वर है, की फर्क पैना है। आ जिहड़ी कठपुतली है इहदा बहुत नाम सुनिया सी भी 4 चुफेरे तो अज लागे इहदा नाच होना है, खेड़ तमाशा होएगा, आपां वेखण चलीए। रात दे वक्त 5 सिख 10 सिखां विचों सतगुरु विश्राम कर रहे ने। कठपुतली दा नाच वेखण दे लई चले गए। 5 चले गए, 5 साहब दे चरनां विच ने। हुण जेड़े नाच वेखण चले गए, कठपुतली दा तमाशा चले ते गए, उन्हां मन विच एक फुरना बार बार आ रहा है भी अज गुरु दी सेवा छड्ड दित्ती ते इवें इत्थे तमाशा वेखण आ गए हैं, गलबात ते कोई है नहीं। हालांकि जिहड़ा सेवा विच समा लगना सी वो भी अज व्यर्थ गवा लिया। इन्हां दी इह भावना बन गई है। धन गुरु ग्रंथ साहिब दी बाणी विचों तुहानूं बेनती करां, मनमुख ते गुरमुख दी भावना विच बेअंत अंतर है। याद रखियो, धन गुरु ग्रंथ साहिब दी बाणी ने आखिया मनमुख प्रति ते हजूर ने आखिया, कहन लगे ओनू कदी नाम चंगा नहीं लगदा, ओनू ते दिन रात बिख रूपी जिहड़े जहर रूपी विकार ने वही चंगे लगदे है। यही कारण है तुसी कई बारी मनमुख नूं धर्म दी गल कर भी लो वो सिर फेरदा है। सतगुरु दी बाणी विच एक बचन भी आउंदा है, कहन लगे अमृत कौड़ा बिखिया मीठी, साकत की विद नैनो जीठी। कहन लगे धर्मी नूं अमृत चंगा लगदा, अमृत नाम, पर जिहड़ा साकत है ना, साकत दे अखरी अर्थ हुंदे ने रब तो टुटिया होया मनुख धर्म तो। कहन लगे इनू ते अमृत भी कौड़ा लगदा है, अमृत नाम कौड़ा लगदा है। अमृत कौड़ा विखिया मीठी ते जिन्ने जहर वर्गे माड़े कर्म ने वो इनू बहुत मिठे लगदे है। गुरु नानक साहब दा वचन है, साकत की विद नैनो डिठी। कह लगे रब तो टुटिया नूं मैं अखां नाल वेखिया, इन्हां नूं नाम चंगा नहीं लगदा। अज यही कारण है बड़े बारी, हालांकि सतगुरु ने उपदेश बड़े बारी दिता है। कहन लगे भी जीवन ये नहीं सी जिवें तू गुजारन की कोशिश यत्न कर रहे हैं। जीवन ते सतगुरु ते बाणी विच इत्थों तक बचन आखदे है, कहन लगे हर जपदियां खिन ढिल ना कीजे मेरी जिंदड़िए, मत के जापै सौ आवे के ना आवे राम। कहन लगे तू परमेश्वर दा नाम जपदियां ढिल ना वरत्या कर बंदे, की पता तेनू अगला सां आए जां ना आए। हुण जिहड़े सिख 5 गए सन, चले ते गए, अंदर उन्हां दे एक फुरना बार बार आ रहा है। आपस विच गल करदे है भी अज समा गुरु दी सेवा तो
ਲਾਂਭੇ ਕਰਕੇ ਅਜਾਈ ਵਿਅਰਥ ਗਵਾਲੇ। ਕੀ ਫਾਇਦਾ ਹੋਇਆ ਇੱਥੇ ਆਉਣ ਦਾ? ਐਵੇਂ ਤਮਾਸ਼ੇ ਵਿੱਚ ਉਲਝ ਗਏ। ਹੁਣ ਜਿਹੜੇ ਕੋਲ ਖਲੋਤੇ ਨੇ 5 ਪਹਿਰੇਦਾਰ, ਉਹਨਾਂ ਦੇ ਮਨ ਵਿੱਚ ਕੁਝ ਹੋਰ ਫੁਰਨਾ। ਉਹ ਇਹ ਸੋਚ ਰਹੇ ਨੇ ਵੀ ਉਹ ਵੀ ਤਾਂ ਚਲੀ ਗਏ, ਗੁਰੂ ਤੇ ਪਰਮੇਸ਼ਰ ਹੈ, ਸਾਹਿਬ ਨੂੰ ਕਿਹੜਾ ਕੋਈ ਫਰਕ ਪੈਣਾ ਸੀ, ਆਪਾਂ ਵੀ ਵੇਖ ਆਉਂਦੇ, ਚਲੇ ਜਾਂਦੇ ਤੇ ਆਪਾਂ ਵੀ ਚੰਗੇ ਸੀ। ਇਸ ਗੱਲ ਨੂੰ ਚੰਗੀ ਤਰ੍ਹਾਂ ਪਕੜ ਵਿੱਚ ਰੱਖਿਓ। ਜਿਹੜੇ ਤਮਾਸ਼ਾ ਵੇਖਣ ਗਏ ਨੇ ਉਹਨਾਂ ਦੇ ਮਨ ਵਿੱਚ ਫੁਰਨਾ, ਅੱਜ ਗੁਰੂ ਦੀ ਸੇਵਾ ਤੋਂ ਆਪਾਂ ਕਿਨਾਰਾ ਕਰ ਗਏ, ਗਲਤ ਹੋ ਗਿਆ। ਐਵੇਂ ਤਮਾਸ਼ੇ ਵਿੱਚ ਜੀਵਨ ਵਿਅਰਥ ਕਰਨ ਆ ਗਏ। ਜਿਹੜੇ ਕੋਲ ਨੇ ਉਹਨਾਂ ਦੇ ਮਨ ਵਿੱਚ ਫੁਰਨਾ, ਜਿਹੜੇ ਚਲੇ ਗਏ ਉਹ ਵੀ ਤੇ ਵੇਖਣਗੇ, ਅੱਜ ਗੁਰੂ ਨੂੰ ਫਰਕ ਨਹੀਂ ਪੈਣਾ ਸੀ, ਆਪਾਂ ਵੀ ਤਮਾਸ਼ਾ ਵੇਖ ਆਉਂਦੇ। ਆਖਰ ਰਾਤ ਨੂੰ ਉਹ ਤਮਾਸ਼ਾ ਵੇਖ ਕੇ ਕਠਪੁਤਲੀ ਦਾ ਵਾਪਸ ਆਏ। ਅੰਮ੍ਰਿਤ ਵੇਲਾ ਹੋਇਆ, ਦੀਵਾਨ ਸਜਿਆ। ਸਜੇ ਦੀਵਾਨ ਵਿੱਚ ਸਤਿਗੁਰੂ ਰਹਿਮਤ ਵਰਤਾਉਣ ਲੱਗੇ। ਹਜੂਰ ਨੇ ਇੱਕ ਬਚਨ ਕਹਿ ਦਿੱਤਾ। ਕਹਿਣ ਲੱਗੇ, ਅੰਤਰਜਾਮੀ ਨੇ ਸਾਹਿਬ, ਕਹਿਣ ਲੱਗੇ ਕੱਲ ਰਾਤ ਜਿਹੜੇ ਤਮਾਸ਼ਾ ਵੇਖਣ ਗਏ ਸਨ ਉਹ ਖੜੇ ਹੋ ਜਾਓ ਸੰਗਤ ਵਿੱਚ। ਹੁਣ ਜਿਹੜੇ ਗਏ ਸਨ ਉਹ ਖੜੇ ਹੋ ਗਏ, ਨੀਵੀਆਂ ਪਾਈਆਂ, ਨੇਤਰ ਝੁਕਾਏ ਐ। ਸਤਿਗੁਰੂ ਕਹਿਣ ਲੱਗੇ ਤੁਸੀਂ ਨਹੀਂ, ਜਿਹੜੇ 5 ਹੋਰ ਨੇ ਉਹ ਖੜੇ ਹੋ ਜਾਓ। ਹੁਣ ਸਤਿਗੁਰੂ ਨੂੰ ਕਹਿਣ ਲੱਗੇ ਮਹਾਰਾਜ ਵੀ ਗਏ ਤੇ ਅਸੀਂ ਸਾਈਂ, ਭੁੱਲ ਤੇ ਅਸੀਂ ਕੀਤੀ ਹੈ। ਹਜੂਰ ਨੇ ਉੱਥੇ ਇੱਕ ਬਚਨ ਵਰਤਿਆ ਸੀ। ਕਹਿਣ ਲੱਗੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਜਦੋਂ ਸਾਹਿਬ ਨੇ ਬਚਨ ਵਰਤਿਆ ਤੇ ਸਿੱਖਾਂ ਪੁੱਛਿਆ ਮਹਾਰਾਜ ਸਾਰੀ ਸੰਗਤ ਨੇ ਵੀ ਇਹਦੇ ਪਿੱਛੇ ਕੀ ਬਾਰਤ ਹੈ, ਵੀ ਜਿਹੜੇ ਹਾਜ਼ਰ ਨੇ ਉਹ ਗੈਰ ਹਾਜ਼ਰ ਨੇ, ਜਿਹੜੇ ਗੈਰ ਹਾਜ਼ਰ ਹੈ ਉਹ ਹਾਜ਼ਰ ਹੈ। ਉੱਥੇ ਫਿਰ ਸਾਹਿਬ ਨੇ ਇੱਕ ਬਚਨ ਸਮਝਾਇਆ। ਸਤਿਗੁਰੂ ਕਹਿਣ ਲੱਗੇ ਸਭ ਕੁਝ ਤਨ ਕਰਕੇ ਨਹੀਂ ਹੁੰਦਾ, ਅਸਲ ਕਹਾਣੀ ਤੇ ਅੰਦਰ ਦੇ ਮਨ ਆਤਮਾ ਦੀ ਹੈ। ਅਸਲ ਵਿੱਚ ਜਿਹੜੇ 5 ਗਏ ਸਨ ਤਨ ਕਰਕੇ ਤੇ ਭਾਵੇਂ ਗੈਰ ਹਾਜ਼ਰ ਸਨ, ਮਨ ਉਹਨਾਂ ਦਾ ਸਾਡੇ ਚਰਨਾਂ ਵਿੱਚ ਸੀ, ਕਿਉਂਕਿ ਉਹ ਮਨ ਵਿੱਚ ਬਾਰ-ਬਾਰ ਆਪਣੇ ਆਪ ਨੂੰ ਤ੍ਰਿਕਾਰਾਂ ਪਾ ਰਹੇ ਸਨ। ਅੱਜ ਗੁਰੂ ਦੀ ਸੇਵਾ ਛੱਡ ਕੇ ਮਾੜੇ ਕਰਮ ਦੇ ਰਾਹ ਪੈ ਗਏ ਆ। ਇਸ ਕਾਰਨ ਉਹ ਭਾਵੇਂ ਤਨ ਕਰਕੇ ਗੈਰ ਹਾਜ਼ਰ ਸਨ, ਮਨ ਕਰਕੇ ਸਾਡੇ ਚਰਨਾਂ ਵਿੱਚ ਹੀ ਸਨ। ਤੇ ਜਿਹੜੇ ਕੋਲ ਸਨ ਤਨ ਕਰਕੇ ਤੇ ਖਲੋਤੇ ਸੀ। ਹਜੂਰ ਕਹਿਣ ਲੱਗੇ ਮਨ ਉਹਨਾਂ ਦਾ ਕਠਪੁਤਲੀ ਦੇ ਨਾਚ ਵਿੱਚ ਸੀ, ਮਨ ਕਰਕੇ ਗੈਰ ਹਾਜ਼ਰ ਸੀ। ਸਤਿਗੁਰੂ ਨੇ ਉਦੋਂ ਸਿੱਖਾਂ ਸੰਗਤਾਂ ਨੂੰ ਇੱਕ ਗੱਲ ਸਮਝਾਈ। ਉਹਨਾਂ ਸਿੱਖਾਂ ਭੁੱਲ ਮੰਗੀ ਹੈ। ਮਹਾਰਾਜ ਕਹਿਣ ਲੱਗੇ ਸਭ ਕੁਝ ਬਾਹਰੀ ਅੱਖ ਨਾਲ ਜਿਹੜਾ ਸਰੀਰ ਵੇਖਦੇ ਹੋ ਸਭ ਕੁਝ ਇਹ ਨਹੀਂ ਹੈ, ਬਹੁਤਾ ਕੁਝ ਤੇ ਇਹਦੇ ਅੰਦਰ ਹੈ, ਜਿਹੜਾ ਅੰਦਰ ਦੀ ਕਹਾਣੀ ਨਾਲ ਸਹਿਮਤ ਹੈ। ਉੱਥੇ ਇਹ ਗੱਲ ਆਖੀ ਕਿ ਇਹੀ ਗੱਲ ਕਦੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਕਾਜ਼ੀਆਂ ਨੂੰ, ਨਮਾਜ਼ ਪੜ੍ਹਨ ਵਾਲਿਆਂ ਨੂੰ ਸਮਝਾਈ ਸੀ ਕਿ ਕੇਵਲ ਜ਼ੁਬਾਨ ਤੋਂ ਨਮਾਜ਼ ਨਾ ਪੜ੍ਹਿਓ, ਆਪਣੇ ਅੰਦਰ ਸੁਰਤ ਕਰਕੇ ਵੀ ਕਿਤੇ ਖੁਦਾ ਦੀ ਇਬਾਦਤ ਕਰਿਆ ਕਰੋ। ਇਹ ਬਖਸ਼ਿਸ਼ ਸਮਝਾਈ। ਆਨੰਦਪੁਰ ਸਾਹਿਬ ਦੀ ਇੱਕ ਗਾਥਾ ਮੈਨੂੰ ਚੇਤਾ ਆ ਗਈ, ਕਹਿ ਕੇ ਮੈਂ ਫਤਿਹ ਬੁਲਾਉਣਾ ਹੈ। ਆਨੰਦਪੁਰ ਸਾਹਿਬ ਦੀ ਸਤਿਗੁਰੂ ਤੇ ਦਮਦਮਾ ਸਾਹਿਬ ਨੇ ਵਿਚਰ ਰਹੇ। ਇੱਕ ਵਾਰ ਸਿੱਖਾਂ ਇੱਕ ਬੇਨਤੀ ਆਖੀ। ਕਹਿਣ ਲੱਗੇ ਮਹਾਰਾਜ ਕੁਝ ਕੋ ਸਿੱਖਾਂ ਆਖਿਆ ਕਿ ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਕਈ ਵਾਰੀ ਤੇ ਆਨੰਦ ਆਉਂਦਾ, ਰਸ ਆਉਂਦਾ, ਪਰ ਕਈ ਵਾਰੀ ਸਤਿਗੁਰੂ ਬਾਣੀ ਪੜ੍ਹ ਕੇ ਨਾਮ ਜਪ ਕੇ ਆਨੰਦ ਰਸ ਤੇ ਆਉਂਦਾ ਨਹੀਂ। ਮੈਂ ਇੱਕ ਪਲ ਬੇਨਤੀ ਤੁਹਾਨੂੰ ਕਹਿ ਦਿਆਂ ਵੀ ਜਦੋਂ ਕਿਸੇ ਤੇ ਰਹਿਮਤ ਵਰਤ ਜਾਏ, ਕਿਸੇ ਨੂੰ ਰੱਬੀ ਬਾਣੀ ਨਾਮ ਦਾ, ਧਰਮ ਦਾ ਰਸ ਆ ਜਾਏ,
ਦੁਨੀਆ ਦੇ ਜਿਹੜੇ ਰਸ ਨੇ ਨਾ, ਖਾਣ ਪੀਣ ਪਹਿਨਣ ਹੋਰ ਬੇਅੰਤ ਤਰ੍ਹਾਂ ਦੇ ਨਾਟਕ ਚੇਟਕ, ਕੁਝ ਵੀ ਨਹੀਂ ਨਾਮ ਦੇ ਰਸ ਸਾਹਮਣੇ। ਸਭ ਕੁਝ ਛੁੱਟ ਜਾਂਦਾ ਹੈ। ਸੰਸਾਰ ਵਿੱਚ ਬੰਦਾ ਉਨਾ ਸਮੇਂ ਉਲਝਿਆ ਹੋਇਆ ਹੈ ਜਿੰਨਾ ਸਮਾਂ ਗੁਰੂ ਦਾ ਧਰਮ ਚੰਗੀ ਤਰ੍ਹਾਂ ਪੱਲੇ ਨਹੀਂ ਹੈ। ਧਰਮ ਚੰਗੀ ਤਰ੍ਹਾਂ ਪੱਲੇ ਆ ਜਾਏ, ਬਹੁਤ ਤੁੱਛ ਚੀਜ਼ਾਂ ਨੇ ਸੰਸਾਰ ਦੀਆਂ, ਕੋਈ ਬਹੁਤੀ ਗੱਲ ਨਹੀਂ ਹੈ। ਖੈਰ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਨਾਮ ਬਾਣੀ ਦਾ ਰਸ ਨਹੀਂ ਆਉਂਦਾ। ਕਈ ਵਾਰੀ ਪੜ੍ਹਦੇ ਐ, ਨਾਮ ਜਪਦੇ ਐ। ਹਜ਼ੂਰ ਨੇ ਗੱਲ ਟਾਲ ਦਿੱਤੀ, ਕਹਿਣ ਲੱਗੇ ਕੋਈ ਗੱਲ ਨਹੀਂ, ਮਨ ਲਾ ਕੇ ਪੜਿਆ ਕਰੋ, ਆਏਗਾ ਰਸ। ਇੱਕ ਦਿਨ ਹਜ਼ੂਰ ਨੇ ਕਲਾ ਵਰਤਾਈ। ਗਰਮੀ ਦੇ ਦਿਨ ਸਨ, ਦੁਪਹਿਰ ਦਾ ਵਕਤ, ਕਹਿਣ ਲੱਗੇ ਸ਼ਰਧਾਈ ਤਿਆਰ ਕਰ ਲਓ। ਸਿੱਖਾਂ ਨੂੰ ਬਚਨ ਆਖਿਆ, ਬਦਾਮ ਆਦਿਕ ਪਾ ਕੇ, ਕੀਮਤੀ ਵਸਤੂਆਂ, ਦੁੱਧ ਆਦਿਕ ਪਾ ਕੇ ਸ਼ਰਧਾਈ ਤਿਆਰ ਕੀਤੀ ਗਈ। ਸਿੱਖ ਬਾਟੇ ਲੈ ਆਏ ਆਪੋ ਆਪਣੇ, ਤੇ ਗੁਰੂ ਕੇ ਸਿੱਖ ਸਾਹਿਬ ਨੇ ਸਾਰਿਆਂ ਦੇ ਬਾਟਿਆਂ ਵਿੱਚ ਭਰ ਭਰ ਕੇ ਬਾਟੇ ਨਕੋ ਨਕ ਭਰ ਦਿੱਤੇ ਸ਼ਰਧਾਈ ਦੇ। ਸ਼ਕਲ ਲੱਗੇ ਤੇ ਹਜ਼ੂਰ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਇਹਨੂੰ ਕੇਵਲ ਮੁਖ ਵਿੱਚ ਪਾ ਕੇ ਕੁਰਲੇ ਕਰ ਦੋ, ਅਗਾਂਹ ਨਹੀਂ ਲੰਘਾਉਣਾ ਕਿਸੇ ਨੇ ਇੱਕ ਘੁੱਟ ਵੀ। ਸਭ ਨੇ ਸਤ ਬਚਨ ਆਖਿਆ ਤੇ ਸਭ ਨੇ ਮੁਖ ਵਿੱਚ ਪਾਇਆ, ਤੇ ਜਿਵੇਂ ਕੁਰਲਾ ਕਰੀਦਾ ਬਾਹਰ ਸ਼ਰਧਾਈ ਦੇ ਕੁਰਲੇ ਕਰ ਦਿੱਤੇ, ਭਾਂਡੇ ਖਾਲੀ ਹੋ ਗਏ। ਹੁਣ ਹਜ਼ੂਰ ਨੇ ਇੱਕ ਬਚਨ ਕਹਿ ਦਿੱਤਾ, ਕਹਿਣ ਲੱਗੇ ਵੀ ਸਿੱਖੋ, ਤੁਹਾਡੇ ਅੰਦਰ ਤ੍ਰਿਪਤ ਹੋ ਗਏ ਹੋਣਗੇ, ਬੜਾ ਆਨੰਦ ਆਇਆ ਹੋਏਗਾ, ਅੰਦਰ ਰੱਜ ਗਿਆ ਹੋਏਗਾ ਇੱਕ ਵਾਰ ਤੇ ਇੰਨੀ ਸ਼ਰਧਾਈ ਪੀ ਕੇ। ਸਿੱਖਾ ਹੱਸ ਕੇ ਆਖਿਆ, ਕਹਿਣ ਲੱਗੇ ਮਹਾਰਾਜ ਕਿਹੋ ਜੀ ਗੱਲ ਕਰਦੇ ਹੋ, ਇੱਕ ਘੁੱਟ ਤੇ ਅੰਦਰ ਤੁਸੀਂ ਲਗਾਉਣ ਨਹੀਂ ਦਿੱਤੀ, ਤੁਹਾਡਾ ਹੁਕਮ ਸੀ, ਤੇ ਅੰਦਰ ਤ੍ਰਿਪਤੀ ਕੀ ਆਉਣੀ ਹੈ, ਅੰਦਰ ਤੇ ਕੁਝ ਗਿਆ ਹੀ ਨਹੀਂ, ਰਸ ਕਾਹਦਾ ਆਉਣਾ। ਹਜ਼ੂਰ ਨੇ ਉੱਥੇ ਬਚਨ ਵਰਤਿਆ ਸੀ, ਕਹਿਣ ਲੱਗੇ ਇਹ ਤੁਹਾਡੇ ਸਵਾਲ ਦੇ ਜਵਾਬ ਹੈ। ਤੁਸੀਂ ਕਹਿੰਦੇ ਸੀ ਬਾਣੀ ਪੜ੍ਹ ਕੇ ਆਨੰਦ ਨਹੀਂ ਆਉਂਦਾ, ਨਾਮ ਜਪ ਕੇ ਰਸ ਨਹੀਂ ਆਉਂਦਾ। ਸਤਿਗੁਰੂ ਕਹਿਣ ਲੱਗੇ ਤੁਸੀਂ ਜਿਵੇਂ ਸ਼ਰਧਾਈ ਬਾਹਰੋਂ ਹੀ ਮੋੜ ਦਿੱਤੀ ਹੈ, ਇਵੇਂ ਤੁਸੀਂ ਜ਼ੁਬਾਨ ਤੋਂ ਹੀ ਕੇਵਲ ਬਾਣੀ ਨਾਮ ਨੂੰ ਬਾਹਰ ਮੋੜਦੇ ਹੋ, ਕਦੀ ਅੰਦਰ ਹਿਰਦੇ ਨਾਲ ਅੰਤਰ ਆਤਮੇ ਤੱਕ ਤੇ ਬਾਣੀ ਨਾਮ ਪਹੁੰਚਾਇਆ ਹੀ ਨਹੀਂ। ਸਤਿਗੁਰੂ ਕਹਿਣ ਲੱਗੇ ਤੁਹਾਨੂੰ ਰਸ ਤੇ ਆਨੰਦ ਕਿਵੇਂ ਆਏਗਾ। ਖਿਮਾ ਕਰਿਓ, ਇਹ ਗੱਲ ਬੜੀ ਸਿੱਖਿਆਦਾਇਕ ਹੈ ਵੀ ਕਈ ਵਾਰੀ ਅਸੀਂ ਨਿਤਨੇਮ ਵੀ ਕਰਨੇ ਆ ਤੇ ਉਹ ਬਸ ਜ਼ੁਬਾਨੋਂ ਸ਼ੁਰੂ ਕਰ ਦਿੰਨੇ ਆ, ਆਰੰਭ ਕੀਤਾ ਵਿਚਕਾਰ ਕੋਈ ਪਤਾ ਨਹੀਂ, ਕੋਈ ਧਿਆਨ ਨਹੀਂ, ਅਖੀਰ ਸਮਾਪਤੀ ਹੋ ਗਈ, ਪਤਾ ਹੀ ਨਹੀਂ ਲੱਗਦਾ ਜਪਜੀ ਸਾਹਿਬ ਪੜਿਆ ਗਿਆ। ਸਤਿਗੁਰੂ ਨੇ ਇੱਕ ਗੱਲ ਸਮਝਾਈ, ਕਹਿਣ ਲੱਗੇ ਬਾਣੀ ਆਨੰਦ ਨਾਲ ਅੰਤਰ ਆਤਮੇ ਤੋਂ ਭਿੱਜ ਕੇ ਗੁਰੂ ਸੁਣਦਾ, ਮੈਂ ਪੜ੍ਹਨਾ, ਤੁਹਾਨੂੰ ਰੱਬੀ ਰਸ ਆਏਗਾ। ਸਤਿਗੁਰੂ ਇਵੇਂ ਦਮਦਮਾ ਸਾਹਿਬ ਬੇਅੰਤ ਬਖਸ਼ਿਸ਼ਾਂ ਵਰਤਾ ਰਹੇ ਨੇ। ਅਗਲੀ ਲੜੀ ਆਪਾਂ ਕੱਲ ਰੋਜ਼ ਵਿਚਾਰਾਂਗੇ। ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ,